ਕਰੀਏ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ। ਹਉ ਟੁਟੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਨਾਨਕ ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ। ਓਏ ਜੀਵੰਦੇ ਵਿਛੜੈ ਓਏ ਮੁਆ ਨ ਜਾਹੀ ਛੋੜ। ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਣ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ ਮੋਹਿ ਕਾਲੈ ਉਠ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ ਮੋਹਿ ਕਾਲੈ ਉਠ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਸਤਿਗੁਰੂ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਉਪਰੰਤ ਸਰਬ ਆਸਾ ਪੂਰਨ ਕਰਨੇ ਵਾਲੀ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਰਿਆਮ ਸਿੰਘ ਜੀ ਦੇ ਜਥੇ ਪਾਸੋਂ ਸੰਗਤਾਂ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਨਾਲ ਜੋੜ ਲਈਏ। ਸਤਿਗੁਰੂ ਜੀ ਨੇ ਜੋ ਇਹ ਪਾਵਨ ਸਲੋਕ ਉਚਾਰਨ ਕੀਤੇ ਹਨ, ਇਹਨਾਂ ਸਲੋਕਾਂ ਦੁਆਰਾ ਜੀਵ ਨੂੰ ਆਪਣੇ ਨਿਸ਼ਾਨੇ 'ਤੇ ਆਪਣੇ ਮਿਸ਼ਨ 'ਤੇ ਪਹੁੰਚਣ ਦੇ ਵਿੱਚ ਬਹੁਤ ਵੱਡੀ ਸਹਾਇਤਾ ਬਖਸ਼ੀ ਹੈ। ਸੰਸਾਰ ਦੇ ਵਿੱਚ ਜਿੰਨਾ ਵੀ ਪ੍ਰਾਣੀ ਮਾਤਰ ਆਇਆ ਹੈ ਸਾਰੇ ਸੁੱਖ ਸ਼ਾਂਤੀ ਦੀ ਇੱਛਾ ਕਰਦੇ ਹਨ ਔਰ ਜਦੋਂ ਬਹੁਤ ਦੀਰਘ ਵਿਚਾਰ ਕਰਕੇ ਦੇਖਦੇ ਹਨ ਤਾਂ ਉਹਨਾਂ ਨੂੰ ਧਰਮ ਦੀ, ਪਰਮਾਤਮਾ ਦੀ, ਦੈਵੀ ਸ਼ਕਤੀਆਂ ਦੀ ਓਟ ਲੈਣੀ ਪੈਂਦੀ ਹੈ, ਕਿਉਂਕਿ ਮੁਕਤੀ
ਦਾ ਇੱਕੋ ਇੱਕ ਸਾਧਨ ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ, ਬਖਸ਼ਿਸ਼, ਉਸ ਨੂੰ ਮਿਲਣਾ ਹੀ ਮੰਨਿਆ ਜਾਂਦਾ ਹੈ। ਪਰ ਉਸ ਨੂੰ ਮਿਲਣਾ ਵੀ ਕੋਈ ਇੰਨਾ ਸੌਖਾ ਕੰਮ ਨਹੀਂ। ਉਸ ਅਕਾਲ ਪੁਰਖ ਪਰਮੇਸ਼ਰ ਨਾਲ ਅਭੇਦ ਹੋਣਾ ਵੀ ਗੁਰੂ ਤੋਂ ਬਿਨਾਂ ਸੰਭਵ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਇਸ ਜੀਵ ਦੀ ਆਤਮਾ ਦੇ ਰਸਤੇ ਵਿੱਚ ਹਨੇਰਾ ਹੀ ਹਨੇਰਾ ਹੈ। ਜਿੰਨਾ ਮਰਜ਼ੀ ਗਿਆਨ ਦੁਨਿਆਵੀ ਤੌਰ 'ਤੇ ਪ੍ਰਾਪਤ ਕਰ ਲਵੇ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਅਥਵਾ ਅਨੇਕਾਂ ਪ੍ਰਕਾਰ ਦੇ ਧਾਰਮਿਕ ਕਰਮ ਕਾਂਡ, ਤੀਰਥ ਆਦਿਕ ਦੀ ਯਾਤਰਾ, ਯੋਗ ਸਾਧਨਾ ਆਦਿਕ ਆਪਣੇ ਤੌਰ 'ਤੇ ਕਰੀ ਜਾਵੇ, ਜਿੰਨਾ ਚਿਰ ਪੂਰੇ ਸਤਿਗੁਰੂ ਨਹੀਂ ਮਿਲਦੇ ਓਨਾ ਚਿਰ ਇਸ ਜੀਵ ਨੂੰ ਬੰਧਨ ਪਏ ਰਹਿੰਦੇ ਹਨ। ਜਿੰਨੇ ਕਰਮ ਕਰਦਾ ਹੈ ਓਨੇ ਬੰਧਨ ਹੋਰ ਪੱਕੇ ਹੋਈ ਜਾਂਦੇ ਹਨ। ਕਰਮ ਕਰੈ ਤਾਂ ਬੰਧਾ, ਨਾਏ ਕਰੈ ਤਾਂ ਨਿੰਦਾ। ਜੇ ਜੀਵ ਕਰਮ ਕਰਦਾ ਹੈ ਤਾਂ ਬੰਧਨ ਪੈਂਦੇ ਹਨ, ਜੇ ਨਹੀਂ ਕਰਦਾ ਤਾਂ ਸਮਾਜ ਵਿੱਚ ਨਿੰਦਾ ਹੁੰਦੀ ਹੈ। ਜਿਹੜਾ ਬੰਦਾ ਕੋਈ ਵੀ ਕੰਮ ਕਰੇਗਾ, ਭਾਵੇਂ ਉਹ ਕੰਮ ਬਿਜਨਸ ਦਾ ਹੈ, ਖੇਤੀਬਾੜੀ ਦਾ ਹੈ, ਦੁਕਾਨਦਾਰੀ ਹੈ, ਕੋਈ ਕੰਮਕਾਰ ਵਪਾਰ ਧੰਦਾ ਹੈ, ਉਹਦੇ ਵਿੱਚ ਉਹਦੀ ਪਾਬੰਦੀ, ਉਹਦਾ ਨਿਯਮ, ਉਹਦੀ ਮਰਜ਼ਾਦਾ ਦਾ ਪਾਲਣ ਕਰਨਾ ਪੈਂਦਾ ਹੈ। ਜ਼ਿਮੀਂਦਾਰ ਨੂੰ ਸਮੇਂ ਸਿਰ ਹਲ ਵਾਹਣਾ ਪੈਂਦਾ ਹੈ। ਕੁਝ ਸਮੇਂ ਤੋਂ ਟਰੈਕਟਰ ਚੱਲੇ ਹਨ। ਪਹਿਲੇ ਜ਼ਮਾਨੇ ਵਿੱਚ ਬਲਦਾਂ ਦੇ ਨਾਲ ਹਲ ਵਾਹਣਾ ਪੈਂਦਾ ਸੀ, ਜੋਗ ਦੇ ਨਾਲ। ਅਤੇ ਪਿਛਲੀ ਰਾਤ 12-1 ਵਜੇ ਜਾ ਕੇ ਜ਼ਿਮੀਂਦਾਰ ਆਪਣੇ ਖੇਤਾਂ 'ਚ ਹਲ ਜੋੜ ਲੈਂਦੇ ਸੀ, ਹਲ ਵਾਹੁੰਦੇ ਸੀ। ਸਾਰੀ ਰਾਤ ਜਾਗ ਕੇ ਸਾਰਾ ਦਿਨ ਕੰਮ ਕਰਨਾ, ਤਾਂ ਜਾ ਕੇ ਖੇਤੀਬਾੜੀ ਸਿਰੇ ਲੱਗਦੀ ਹੈ। ਹੁਣ ਵੀ ਉਸੇ ਤਰ੍ਹਾਂ ਹੀ ਹੈ। ਅਤੇ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ, ਕੋਈ ਨਾ ਕੋਈ ਬੰਧਨ ਹੈ। ਦੁਕਾਨਦਾਰ ਨੂੰ ਦੁਕਾਨ 'ਤੇ ਸਮੇਂ ਸਿਰ ਬੈਠਣਾ ਪੈਂਦਾ, ਸਮੇਂ ਸਿਰ ਖੋਲ੍ਹਣੀ ਦੁਕਾਨ, ਸਮੇਂ ਸਿਰ ਵਧਾਉਣੀ ਹੈ। ਉਹਦਾ ਹਰ ਚੀਜ਼ ਦਾ ਬੰਦੋਬਸਤ ਕਰਨਾ ਹੈ। ਬਿਜਨਸਮੈਨ ਨੂੰ ਉਸ ਬਿਜਨਸ ਦੇ ਵਿੱਚ ਪੂਰੀ ਤਨਦੇਹੀ ਨਾਲ, ਪੂਰੀ ਇਕਾਗਰਤਾ ਨਾਲ ਜੁੜਨਾ ਪੈਂਦਾ ਹੈ। ਉਹਨੂੰ ਬੰਧਨ ਹੈ। ਕੋਈ ਵੀ ਸੰਸਥਾ, ਕੋਈ ਸਕੂਲ, ਕਾਲਜ, ਯੂਨੀਵਰਸਿਟੀ ਹੈ, ਕੋਈ ਹਸਪਤਾਲ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਅਦਾਰਾ ਹੈ, ਉਹਦੇ ਵਿੱਚ ਵੀ ਉਹਦੇ ਨਿਯਮਾਂ ਦਾ, ਅਸੂਲਾਂ ਦਾ ਪਾਲਣ ਕਰਨਾ ਪੈਂਦਾ ਹੈ। ਉਸ ਤੋਂ ਇਲਾਵਾ ਫਿਰ ਧਰਮ ਦੇ ਵਿੱਚ ਵੀ, ਮੰਦਰਾਂ, ਗੁਰਦੁਆਰਿਆਂ, ਮਸੀਤਾਂ ਵਿੱਚ, ਉੱਥੇ ਵੀ ਮਰਜ਼ਾਦਾ ਦਾ ਪਾਲਣ ਕਰਨਾ ਪੈਂਦਾ ਹੈ। ਕਰਮ ਤੋਂ ਬਿਨਾਂ ਕੋਈ ਵੀ ਨਹੀਂ ਹੈ। ਨਿਸ਼ਕਿਰਿਆ ਇਸ ਸੰਸਾਰ 'ਚ ਕੋਈ ਵੀ ਨਹੀਂ ਹੈ। ਜੇ ਕੋਈ ਕਹੇ ਮੈਂ ਵਿਹਲਾ ਬੈਠਾ ਹਾਂ, ਗ੍ਰਾਮਰ ਦੀ, ਵਿਆਕਰਨ ਦੀ ਬੋਲੀ ਦੇ ਵਿੱਚ ਵਿਹਲਾ ਬੈਠਣਾ ਵੀ ਕਿਰਿਆ ਹੈ, ਸੌਣਾ ਵੀ ਕਿਰਿਆ ਹੈ। ਨਿਸ਼ਕਿਰਿਆ ਬੰਦਾ ਕਦੀ ਨਹੀਂ ਹੁੰਦਾ। ਜਦੋਂ ਕਿਰਿਆ ਕਰਦਾ ਤਾਂ ਉਹਦਾ ਬੰਧਨ ਪੈਂਦਾ ਹੈ। ਮਹਾਰਾਜ ਕਹਿੰਦੇ ਇਹ ਬੰਧਨ ਓਨਾ ਚਿਰ ਨਹੀਂ ਕੱਟੇ ਜਾਂਦੇ ਜਿੰਨਾ ਚਿਰ ਪੂਰੇ ਗੁਰੂ ਦੀ ਸੇਵਾ ਨਹੀਂ ਕਰਦੇ, ਕਿਉਂਕਿ ਇਹ ਬੰਧਨ ਸੁਰਤ ਦੇ ਵਿੱਚੋਂ ਗੁਰੂ ਕੱਟਦਾ ਹੈ, ਸੁਰਤ ਵਿੱਚੋਂ ਲਾਹੁੰਦਾ ਹੈ, ਖਿਆਲਾਂ ਵਿੱਚੋਂ ਕੱਢਦਾ ਹੈ।
ਸਹਿਜੇ ਸਹਿਜੇ ਜਿੰਨੀਆਂ ਪਰਤਾਂ ਜੰਮੀਆਂ ਹੋਈਆਂ ਨੇ ਸਾਡੀ ਸੁਰਤ ਦੇ ਉੱਤੇ, ਸਾਡੀ ਆਤਮਾ ਦੇ ਆਲੇ ਦੁਆਲੇ ਜਿਹੜੇ 5 ਕੋਸ਼ ਹਨ, ਜਾਂ ਤ੍ਰੈਗੁਣੀ ਮਾਇਆ ਦਾ ਜੋ ਪ੍ਰਭਾਵ ਹੈ, 5 ਗਿਆਨ ਇੰਦਰੀਆਂ ਦੇ 5 ਵਿਸ਼ਿਆਂ ਦਾ ਜੋ ਸਾਨੂੰ ਸੰਬੰਧ ਬਣਿਆ ਹੋਇਆ ਹੈ, ਜਿਨ੍ਹਾਂ ਕਰਕੇ ਬਿਰਤੀ ਬਾਹਰ ਮੁਖੀ ਹੋ ਰਹੀ ਹੈ, ਸਤਿਗੁਰੂ ਉਹਨਾਂ ਸਾਰਿਆਂ ਵਿਸ਼ਿਆਂ ਵੱਲੋਂ, ਸਾਰਿਆਂ ਖਿਆਲਾਂ ਵੱਲੋਂ ਮਨ ਨੂੰ ਮੋੜ ਕੇ ਸਤ ਚੇਤਨ ਆਨੰਦ ਸਰੂਪ ਵਿੱਚ ਲੀਨ ਕਰ ਦਿੰਦੇ ਹਨ। ਇਸ ਕਰਕੇ ਸਾਹਿਬ ਜੀ ਨੇ ਗੁਰੂ ਦੀ ਮਹਾਨਤਾ ਉੱਤੇ ਬਹੁਤ ਜ਼ੋਰ ਦਿੱਤਾ ਹੈ। ਸਾਰੇ ਧਰਮਾਂ ਨੇ ਦਿੱਤਾ ਹੈ। ਸਾਰੇ ਮਹਾਂਪੁਰਸ਼ਾਂ ਨੂੰ, ਭਾਵੇਂ ਉਹ ਈਸਾਈ ਹਨ, ਭਾਵੇਂ ਉਹ ਮੂਸਾਈ ਹਨ, ਭਾਵੇਂ ਮੁਸਲਮਾਨ ਹਨ, ਭਾਵੇਂ ਸਨਾਤਨ ਧਰਮੀ ਹਨ, ਭਾਵੇਂ ਬੁੱਧ ਹਨ, ਭਾਵੇਂ ਜੈਨ ਹਨ, ਭਾਵੇਂ ਸਿੱਖ ਹਨ, ਕੋਈ ਨਾ ਕੋਈ ਗੁਰੂ, ਕੋਈ ਨਾ ਕੋਈ ਮਹਾਂਪੁਰਸ਼, ਕੋਈ ਨਾ ਕੋਈ ਸਾਧੂ ਪੈਗੰਬਰ ਉਸ ਧਰਮ ਦੇ ਵਿੱਚ ਆਇਆ ਹੈ, ਜਿਸ ਨੇ ਲੋਕਾਂ ਨੂੰ ਉਸ ਪਰਮ ਤੱਤ ਦਾ ਰਸਤਾ ਦੱਸਿਆ ਹੈ। ਬਿਨਾਂ ਪੂਰੇ ਮਹਾਂਪੁਰਸ਼ ਦੇ, ਪੈਗੰਬਰ ਦੇ, ਗੁਰੂ ਦੇ ਪ੍ਰਾਪਤੀ ਕਦੀ ਕਿਸੇ ਨੂੰ ਨਹੀਂ ਹੋਈ। ਜਿਹੜੇ ਪਹਿਲਾ ਸਟੈਪ ਪੁੱਟਦੇ ਹਨ, ਉਹਨਾਂ ਨੂੰ ਵਾਹਿਗੁਰੂ ਵੱਲੋਂ, ਅਕਾਲ ਪੁਰਖ ਵੱਲੋਂ ਭੇਜਿਆ ਜਾਂਦਾ ਹੈ। ਅੱਗੇ ਫਿਰ ਉਹ ਜਾਗ ਲਾ ਦਿੰਦੇ ਹਨ। ਉਹ ਜਾਗ ਗਾਂਹ ਦੀ ਗਾਂਹ, ਗਾਂਹ ਦੀ ਗਾਂਹ ਚਲੀ ਆਉਂਦੀ ਹੈ। ਜਿਵੇਂ ਸਾਧ ਸੰਗਤ ਜੀ ਅੱਜ ਦਹੀਂ ਜਮਾਣਾ ਹੁੰਦਾ ਹੈ, ਆਪਾਂ ਤਾਂ ਕਿਸੇ ਦੇ ਘਰੋਂ ਦਹੀਂ ਦਾ 1 ਚਮਚਾ ਲੈ ਆਉਂਦੇ ਹਾਂ, ਉਹਦੇ ਨਾਲ ਅਸੀਂ ਆਪਣਾ ਦੁੱਧ ਜਮਾ ਲੈਂਦੇ ਹਾਂ। ਪਰ ਇਹ ਸੋਚੀਏ ਵੀ ਸਭ ਤੋਂ ਪਹਿਲਾਂ ਦਹੀਂ ਕਿਵੇਂ ਜੰਮਿਆ ਹੋਵੇਗਾ। ਜਿਹੜਾ ਸਭ ਤੋਂ ਪਹਿਲਾਂ ਦਹੀਂ ਜੰਮਿਆ ਹੈ, ਉਹਦੇ ਵਾਸਤੇ ਤਾਂ ਖੱਟਾ ਕਿਤੋਂ ਨਹੀਂ ਨਾ ਆਇਆ, ਕਿਸੇ ਦੇ ਘਰੋਂ। ਸਾਡੇ ਘਰ ਦੁੱਧ ਦੀ ਦਹੀਂ ਬਣਦੀ ਹੈ, ਪਰ ਸਾਨੂੰ ਉਹਦੇ ਵਾਸਤੇ ਕਿਤੋਂ ਖੱਟਾ ਲਿਆਉਣਾ ਪੈਂਦਾ ਹੈ, ਜਾਗ ਲਿਆਉਣਾ ਪੈਂਦਾ ਹੈ। ਫਿਰ ਅਸੀਂ ਆਪਣੇ ਦਹੀਂ ਜਮਾ ਲੈਂਦੇ ਹਾਂ। ਪਰ ਜਿਸ ਦੇ ਘਰੋਂ ਅਸੀਂ ਲੈ ਕੇ ਆਏ ਹਾਂ, ਉਹ ਵੀ ਕਿਸੇ ਦੇ ਘਰੋਂ ਲੈ ਕੇ ਆਇਆ, ਉਹ ਅੱਗੋਂ ਫਿਰ ਕਿਸੇ ਦੇ ਘਰੋਂ ਲੈ ਕੇ ਆਇਆ। ਜਿਸ ਨੇ ਪਹਿਲੀ ਵਾਰੀ ਜਾਗ ਲਿਆਇਆ, ਉਹਨੇ ਕਿਵੇਂ ਲਾਇਆ? ਉਹੀ ਇੱਕ ਕੁਦਰਤ ਦਾ ਇੱਕ ਕ੍ਰਿਸ਼ਮਾ ਹੈ। ਉਹੀ ਅਕਾਲ ਪੁਰਖ ਦੀ ਇੱਕ ਕਲਾ ਹੈ, ਜਿਸ ਨੂੰ ਗੁਰੂ ਅਵਤਾਰ ਕਹਿੰਦੇ ਹਨ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਧੁਰ ਤੋਂ ਹੀ ਅਕਾਲ ਪੁਰਖ ਤੋਂ ਬਖਸ਼ਿਸ਼ ਲੈ ਕੇ ਸੰਸਾਰ ਦੇ ਵਿੱਚ ਆਏ ਹਨ। ਉਹਨਾਂ ਸਤਿਗੁਰਾਂ ਦੀ ਇਹ ਪਵਿੱਤਰ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਸ਼ਲੋਕ ਮਹੱਲਾ ਚੌਥਾ। ਇਹ ਪਾਵਨ ਸ਼ਲੋਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਹੈ। ਇਸ ਤੋਂ ਅਗਲਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ। ਵਾਰ ਜਿਹੜੀ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਸਾਰੀ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਜੀਵ ਜਿੰਨੇ ਵੀ ਕਰਮ ਕਰਦਾ, ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਗੁਰੂ ਵਾਲਾ ਨਹੀਂ ਬਣਦਾ, ਗੁਰੂ ਦੀ ਮੱਤ ਨਹੀਂ ਲੈਂਦਾ, ਆਪਣੀ ਸਿਆਣਪ ਨਾਲ, ਆਪਣੇ ਜ਼ੋਰ ਨਾਲ, ਆਪਣੇ ਬਲ ਨਾਲ ਇਸ ਸੰਸਾਰ ਨੂੰ ਤਰਨਾ ਚਾਹੁੰਦਾ ਹੈ। ਕਈ ਤਰ੍ਹਾਂ ਦੇ ਕਰਮ ਕਰਦਾ ਹੈ। ਤੀਰਥਾਂ ਦੀ ਯਾਤਰਾ ਕਰ ਲਵੇ, ਗੁਰਦੁਆਰਿਆਂ ਮੰਦਰਾਂ ਵਿੱਚ ਚਲਾ ਜਾਵੇ, ਲੰਗਰ ਲਾ ਦੇਵੇ, ਜੋ ਮਰਜ਼ੀ ਕਰ ਦੇਵੇ, ਪਰ ਗੁਰੂ ਸਾਹਿਬ ਜੀ ਦੀ ਸੇਵਾ ਜਿਵੇਂ ਅੱਜ ਕੱਲ੍ਹ ਚੱਲ ਰਹੀ ਹੈ ਸਾਧ ਸੰਗਤ ਜੀ, ਇਹ ਵੀ ਨਿੰਦਣਯੋਗ ਨਹੀਂ ਹੈ। ਕਿਉਂਕਿ ਜਿੰਨਾ ਵੀ ਕੋਈ ਜੁੜਿਆ ਹੈ ਓਨਾ ਹੀ ਚੰਗਾ ਹੈ। ਨਾ ਜੁੜੇ ਨਾਲੋਂ ਜੁੜਿਆ ਚੰਗਾ। ਕਿਸੇ ਨੂੰ ਇਹ ਕਹਿ ਕੇ ਵੀ ਬਈ ਤੇਰੀ ਸੇਵਾ ਤਾਂ ਐਵੇਂ ਹੀ ਹੈ, ਤੂੰ ਤਾਂ ਐਵੇਂ ਹੀ ਕਰਦਾ,
ਉਹਨੂੰ ਬਿਲਕੁਲ ਹੀ ਤੋੜ ਦੇਣਾ, ਇਹ ਪ੍ਰਚਾਰਕਾਂ ਵੱਲੋਂ ਕੀਤਾ ਗਿਆ ਪਾਪ ਹੈ। ਇਹ ਨਹੀਂ ਕਰਨਾ ਚਾਹੀਦਾ। ਪਰ ਜਿਹੜੀ ਗੱਲ ਇੱਥੇ ਆ ਰਹੀ ਹੈ ਉਹ ਸੇਵਾ ਕੁਝ ਹੋਰ ਉੱਤਮ ਦਰਜੇ ਦੀ ਹੈ। ਉਹ ਸੁਰਤ ਸ਼ਬਦ ਦਾ ਮੇਲ ਕਰਾਉਣ ਵਾਲੀ ਸੇਵਾ ਹੈ। ਉੱਥੋਂ ਤੱਕ ਆਮ ਲੋਕ ਜਿਹੜੇ ਆ, ਅਸੀਂ ਸਿੱਖ ਸਮਾਜ ਵਾਲੇ ਵੀ ਅੱਜ ਪਹੁੰਚਣ ਦਾ ਯਤਨ ਨਹੀਂ ਕਰ ਰਹੇ। ਮਹਾਰਾਜ ਸਾਹਿਬ ਜੀ ਕਹਿੰਦੇ ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਜੀ ਦੇ ਬੰਧਨ ਪਏ ਹਨ, ਪੈ ਰਹੇ ਹਨ। ਜੇਤੇ ਕਰਮ ਕਮਾਏ, ਜਿੰਨੇ ਵੀ ਕਰਮ ਜੀਵ ਕਰ ਰਿਹਾ ਹੈ ਉਹਦੇ ਬੰਧਨ ਨੂੰ ਹੋਰ ਪਈ ਜਾਂਦੇ ਹਨ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਬਿਨਾਂ ਸਤਿਗੁਰੂ ਜੀ ਦੀ ਸੇਵਾ ਕੀਤਿਆਂ ਇਸ ਜੀਵ ਨੂੰ ਕਿਤੇ ਥਾਂ ਟਿਕਾਣਾ ਮਿਲਦਾ ਨਹੀਂ, ਕਿਤੇ ਵੀ ਇਸ ਨੂੰ ਢੋਈ ਮਿਲਦੀ ਨਹੀਂ। ਇਹ ਜੀਵ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ, ਜਾਂਦਾ ਹੈ, ਜੰਮਣ ਮਰਨ ਦੇ ਵਿੱਚ ਪਿਆ ਰਹਿੰਦਾ ਹੈ। ਬਿਨਾਂ ਸਤਿਗੁਰੂ ਜੀ ਦੀ ਸੇਵਾ ਦੇ ਇਸ ਨੂੰ ਸਾਧ ਸੰਗਤ ਜੀ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦੀ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਜੀਵ ਦਾ ਬੋਲ ਚਾਲ ਵੀ ਸੁਧਰਦਾ ਨਹੀਂ। ਇਹ ਵੀ ਪ੍ਰਤੱਖ ਦੇਖਿਆ ਗਿਆ ਹੈ ਕਿ ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਜ਼ੁਬਾਨ ਦੇ ਵਿੱਚ ਵੀ ਮਿਠਾਸ ਨਹੀਂ ਆਉਂਦੀ। ਫਿੱਕਾ ਬੋਲਣਾ, ਕਿਸੇ ਨਾਲ ਵੀ ਗੱਲ ਕਰਨੀ, ਬਚਨ ਕਰਨਾ, ਬਚਨ ਤੋਂ ਹੀ ਪਤਾ ਲੱਗ ਜਾਂਦਾ ਵੀ ਬੰਦਾ ਕਿੰਨੀ ਕੁ ਲਿਆਕਤ ਦਾ ਮਾਲਕ ਹੈ। ਹਰ ਬੰਦੇ ਦੀ ਪਛਾਣ ਤਿੰਨਾਂ ਗੱਲਾਂ ਨਾਲ ਹੁੰਦੀ ਹੈ, ਰਫਤਾਰ, ਗੁਫਤਾਰ ਅਤੇ ਦਸਤਾਰ। ਰਫਤਾਰ ਯਾਨੀ ਚੱਲਣ ਦਾ ਢੰਗ, ਹਰ ਬੰਦੇ ਦੀ ਤੋਰ ਵੱਖਰੀ। ਦੂਰੋਂ ਤੁਰਿਆ ਮੀਲ ਤੋਂ ਬੰਦਾ ਪਛਾਣ ਲਈਦਾ, ਉਹ ਫਲਾਣੇ ਦੀ ਤੋਰ ਹੈ, ਉਹ ਹੀ ਹੋਣਾ ਹੈ। ਤੋਰ ਬੰਦੇ ਦੇ ਲੱਛਣ ਦੱਸਦੀ ਹੈ। ਤੋਰ ਤੋਂ ਪਤਾ ਲੱਗ ਜਾਂਦਾ ਬੰਦਾ ਕਿਹੜੇ ਭਾਵ ਨਾਲ ਆਉਂਦਾ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਇੱਕ ਵਾਰੀ ਬਚਨ ਸੁਣਾਉਂਦੇ ਸੀ, ਕਹਿੰਦੇ ਸਾਨੂੰ ਦੂਰੋਂ ਪਤਾ ਲੱਗ ਜਾਂਦਾ ਬੰਦਾ ਕਿਹੜੇ ਇਰਾਦੇ ਨਾਲ ਆ ਰਿਹਾ। ਮੈਂ ਕਿਹਾ ਬਾਬਾ ਜੀ ਕਿਵੇਂ ਲੱਗਦਾ? ਕਹਿੰਦੇ ਪੈਰਾਂ ਤੋਂ ਚਾਲ ਤੋਂ ਪਤਾ ਲੱਗਦਾ, ਕਿਉਂਕਿ ਜੋ ਉਹਦੇ ਦਿਮਾਗ 'ਚ ਹੁੰਦਾ ਉਹਦੀ ਚਾਲ 'ਤੇ ਅਸਰ ਪੈਂਦਾ। ਜੇ ਬੁਰੇ ਖਿਆਲ ਨਾਲ ਆ ਰਿਹਾ, ਮਾਰਨ ਲਈ ਆ ਰਿਹਾ, ਜਾਂ ਕੋਈ ਗੱਲ ਟੇਢੇ ਢੰਗ ਨਾਲ ਪੁੱਛਣ ਲਈ ਆ ਰਿਹਾ, ਤਾਂ ਉਹਦੇ ਪੈਰ ਜਿਹੜੇ ਨੇ ਉਹ ਬੜੇ ਸਕੋਚਵੇਂ ਜਿਹੇ ਹੁੰਦੇ ਆ, ਉਹ ਕੱਸਿਆ ਜਿਹਾ ਹੁੰਦਾ। ਜਿਹੜਾ ਬੰਦਾ ਨਾਰਮਲ ਆ, ਉਹਦੇ ਕੋਈ ਮਨ ਦੇ ਵਿੱਚ ਬੁਰਾਈ ਨਹੀਂ, ਉਹ ਨਾਰਮਲ ਤੁਰਿਆ ਹੁੰਦਾ। ਅਤੇ ਜਿਹੜੇ ਸਿਆਣੇ ਬੰਦੇ ਉਹ ਰਫਤਾਰ ਤੋਂ ਦੂਰੋਂ ਪਛਾਣ ਲੈਂਦੇ। ਫਿਰ ਗੁਫਤਾਰ, ਗੁਫਤਾਰ ਹੈ ਬੋਲਣਾ। ਬੋਲਣ ਤੋਂ ਪਤਾ ਲੱਗਦਾ ਵੀ ਬੰਦਾ, ਜਿਵੇਂ ਬਾਦਸ਼ਾਹ ਨੌਸ਼ੇਰਵਾਂ ਆਪਣੇ ਵਜ਼ੀਰ ਅਤੇ ਆਪਣੇ ਸਿਪਾਹੀ ਨਾਲ ਗਏ ਸਨ ਅਤੇ ਸ਼ਿਕਾਰ ਖੇਡਣ ਨਿਖੜ ਗਏ। ਉੱਥੇ ਜੰਗਲ 'ਚ ਇੱਕ ਫਕੀਰ ਰਹਿੰਦਾ ਸੀ। ਪਹਿਲਾਂ ਸਿਪਾਹੀ ਉਹਦੇ ਕੋਲੋਂ ਲੰਘਿਆ, ਫਕੀਰ ਕੋਲੋਂ ਪੁੱਛ ਕੇ ਫਿਰ ਵਜ਼ੀਰ ਲੰਘਿਆ ਅਤੇ ਫਿਰ ਬਾਦਸ਼ਾਹ ਆ ਗਿਆ। ਉੱਥੇ ਬਾਦਸ਼ਾਹ ਨੇ ਪੁੱਛਿਆ, ਬਾਬਾ ਜੀ ਵੀ ਇੱਥੇ ਤੁਸੀਂ ਕੋਈ ਸਿਪਾਹੀ ਜਾਂ ਕੋਈ ਵਜ਼ੀਰ, ਕੋਈ ਬੰਦਾ ਤੁਹਾਡੇ ਕੋਲ ਆਇਆ? ਉਹਨੇ ਕਿਹਾ ਹਾਂ ਬਾਦਸ਼ਾਹ ਸਲਾਮਤ ਹਜ਼ੂਰ ਜਾਂ ਆਪਣਾ, ਪਹਿਲਾਂ ਤੁਹਾਡਾ ਸਿਪਾਹੀ ਆਇਆ ਸੀ, ਫਿਰ ਵਜ਼ੀਰ ਆਇਆ ਸੀ, ਹੁਣ ਜਾਂ ਆਪਣਾ ਤੁਸੀਂ ਆਪ ਆਏ। ਉਹ ਫਕੀਰ ਦੀਆਂ ਅੱਖਾਂ ਕੋਈ ਨਹੀਂ ਸੀ, ਸੂਰਮਾ ਸੀਗਾ। ਅਤੇ ਬਾਦਸ਼ਾਹ ਨੌਸ਼ੇਰਵਾਂ ਨੇ ਘੋੜੇ ਤੋਂ ਉਤਰ ਕੇ ਬੜੇ ਸਤਿਕਾਰ ਨਾਲ ਨਮਸਕਾਰ ਕਰਕੇ ਆਖਿਆ, ਮਹਾਰਾਜ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਪਹਿਲਾਂ ਸਿਪਾਹੀ ਆਇਆ ਸੀ, ਫਿਰ ਵਜ਼ੀਰ ਆਇਆ ਸੀ, ਫਿਰ ਮੈਂ ਬਾਦਸ਼ਾਹ ਹਾਂ, ਕਿਉਂਕਿ ਤੁਹਾਨੂੰ ਦਿਸਦਾ ਤਾਂ ਹੈ ਨਹੀਂ। ਉਹ ਕਹਿੰਦੇ ਬਾਦਸ਼ਾਹ ਦਿਸਦਾ ਭਾਵੇਂ ਨਹੀਂ, ਸੁਣਦਾ ਤਾਂ ਹੈ, ਕਿਉਂਕਿ ਜਿਹੜਾ ਪਹਿਲਾ ਬੰਦਾ ਆਇਆ ਸੀ ਉਹਨੇ ਮੈਨੂੰ ਆਖਿਆ ਸੀ, ਓਏ ਅੰਨ੍ਹਿਆ ਤੂੰ ਕਿਸੇ ਨੂੰ ਵੇਖਿਆ ਤਾਂ ਨਹੀਂ। ਮੈਂ ਸਮਝ ਗਿਆ ਵੀ ਇਹ ਵਿਚਾਰਾ ਕਿੰਨੀ ਕੁ ਲਿਆਕਤ ਦਾ ਮਾਲਕ ਹੈ,
ਇਹਦੀ ਬੋਲੀ ਦੱਸ ਰਹੀ ਹੈ। ਫਿਰ ਆਇਆ ਸੀ ਵਜ਼ੀਰ, ਉਹਨੇ ਆਖਿਆ ਉਹ ਬਾਬਾ, ਮੈਂ ਸਮਝ ਗਿਆ ਵੀ ਅੱਧਾ ਰੱਜਿਆ ਅੱਧਾ ਭੁੱਖਾ। ਅੱਧਾ ਭੁੱਖਾ ਕਿਵੇਂ ਆ ਵੀ ਜੇ ਮੈਂ ਇਹਨੂੰ ਬਾਬਾ ਜੀ ਕਹਿ ਤਾ ਕਿਤੇ ਇਹ ਮੈਨੂੰ ਛੋਟਾ ਨਾ ਸਮਝ ਲਵੇ ਵੀ ਮੈਂ ਵਜ਼ੀਰ ਹਾਂ। ਕਿਉਂ ਕਈ ਬੰਦੇ ਕਈ ਵਾਰੀ ਇਸ ਕਰਕੇ ਵੀ ਅਸੀਂ ਕਿਤੇ ਸਤਿਕਾਰ ਬੋਧਕ ਸ਼ਬਦ ਕਿਸੇ ਨੂੰ ਬੋਲਤਾ, ਕਿਸੇ ਨੂੰ ਫਤਿਹ ਬੁਲਾਤੀ, ਹੱਥ ਜੋੜ ਤੇ, ਉਹ ਇਹ ਨਾ ਸਮਝ ਲਵੇ ਵੀ ਇਹ ਬੰਦਾ ਛੋਟਾ ਹੈ। ਮੈਂ ਕਈ ਵਾਰੀ ਮਹਿਸੂਸ ਕੀਤਾ ਹੈ ਵੀ ਅਸੀਂ ਕਿਸੇ ਨੂੰ ਫਤਿਹ ਬੁਲਾਈਏ ਨਾ ਅਤੇ ਉਹ ਅਗਲਾ ਇਹ ਸਮਝਦਾ ਵੀ ਸ਼ਾਇਦ ਇਹ ਡਰਦੇ ਮਾਰੇ ਫਤਿਹ ਬੁਲਾਉਂਦੇ ਆ, ਵੀ ਇਹ ਗੁਰਦੁਆਰੇ ਦੇ ਗ੍ਰੰਥੀ ਨੇ ਸਾਡੇ ਤੋਂ ਡਰਦੇ ਆ। ਕਈ ਵਾਰੀ ਕਮੇਟੀਆਂ ਵਾਲਿਆਂ ਨੂੰ ਵੀ ਵਹਿਮ ਪੈ ਜਾਂਦਾ, ਇਹ ਭਾਈ ਜੀ ਹੈ ਕਹਿੰਦੇ ਤਾਂ ਸਾਨੂੰ ਫਤਿਹ ਬੁਲਾਉਂਦਾ। ਪਰ ਇਹ ਨਹੀਂ ਵੀ ਗੁਰੂ ਦਾ ਹੁਕਮ ਕੀ ਹੈ ਵੀ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ, ਇਹ ਨਹੀਂ ਪਤਾ। ਅਸੀਂ ਤਾਂ ਆਪਣੇ ਗੁਰੂ ਦਾ ਹੁਕਮ ਮੰਨਦੇ ਹਾਂ ਵੀ ਗੁਰੂ ਦਾ ਹੁਕਮ ਹੈ ਵੀ ਹਰ ਇੱਕ ਨੂੰ ਖਿੜੇ ਮੱਥੇ ਮਿਲੋ। ਉਹਦੇ ਵਿੱਚ ਰਾਗ ਦਵੈਸ਼ ਕਾਹਦੀ ਹੈ, ਪਰ ਸੋਚਣ ਵਾਲੇ ਦਾ ਢੰਗ ਆਪਣਾ। ਅਤੇ ਕਈ ਇਸ ਭਾਵਨਾ ਨਾਲ ਵੀ ਜੇ ਮੈਂ ਫਤਿਹ ਬੁਲਾਤੀ ਇਹ ਕਹਿਣਗੇ ਵੀ ਇਹ ਸਾਡੇ ਤੋਂ ਡਰਦਾ, ਉੱਥੇ ਉਹ ਮਾਨਸਿਕਤਾ ਆ ਜਾਂਦੀ ਹੈ। ਤੋ ਅੱਧਾ ਰੱਜਿਆ ਅੱਧਾ ਭੁੱਖਾ ਵੀ ਬਾਬਾ ਕਿਹਾ ਇਹਨੇ, ਬਾਬਾ ਜੀ ਨਹੀਂ ਕਿਹਾ। ਅੰਨਾ ਇਸ ਕਰਕੇ ਨਹੀਂ ਕਿਹਾ ਵੀ ਅਗਲਾ ਕਹੇਗਾ ਵੀ ਤੂੰ ਪੜ੍ਹਿਆ ਲਿਖਿਆ ਅਤੇ ਤੈਨੂੰ ਬੋਲਣਾ ਨਹੀਂ ਆਉਂਦਾ। ਅਤੇ ਸਿਪਾਹੀ ਨੂੰ ਇਸ ਗੱਲ ਦੀ ਚੜ੍ਹਦੀ ਰੱਥੀ ਦੀ ਹੁੰਦੀ ਕੋਈ ਨਹੀਂ, ਉਹਨੂੰ ਤਾਂ ਉਹ ਜਿੰਨਾ ਵਿਚਾਰੇ ਨੂੰ ਪਤਾ ਉਹਨੇ ਤਾਂ ਉਨੀ ਵਾਹ ਸੱਟ ਮਾਰੀ ਜਾ ਕੇ ਵੀ ਬਾਬਿਆ ਅੰਨਿਆ। ਅਤੇ ਜਿਹੜਾ ਸੀ ਵਜ਼ੀਰ ਉਹ ਕਹਿੰਦਾ ਬਾਬਾ ਅਤੇ ਹਜ਼ੂਰ ਹੁਣ ਤੁਸੀਂ ਆਏ ਹੋ, ਤੁਸੀਂ ਕਿਹਾ ਬਾਬਾ ਜੀ, ਤੁਹਾਡੀ ਬੋਲੀ ਦੱਸਦੀ ਹੈ ਵੀ ਤੁਸੀਂ ਰੱਜੇ ਪੁੱਜੇ ਹੋ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਤੁਹਾਡੀ ਬਾਦਸ਼ਾਹੀ ਥੱਲੇ ਹੋਣ ਨਹੀਂ ਲੱਗੀ, ਤੁਹਾਡੀ ਵਡਿਆਈ ਬਹੁਤ ਉੱਚੀ ਚਲੀ ਗਈ ਹੈ। ਸੋ ਜਿਹੜਾ ਰੱਜ ਜਾਂਦਾ ਵਡਿਆਈ ਨਾਲ ਉਹ ਸਾਧ ਸੰਗਤ ਜੀ ਕਿਸੇ ਦੂਜੇ ਤੋਂ ਵਡਿਆਈ ਭਾਲਦਾ ਨਹੀਂ, ਉਹ ਵਡਿਆਈ ਦਿੰਦਾ ਹੈ। ਵਡਿਆਈ ਦੇਣ ਵਾਲੀ ਚੀਜ਼ ਹੈ, ਲੈਣ ਵਾਲੀ ਚੀਜ਼ ਨਹੀਂ। ਸਤਿਕਾਰ ਦੇਣ ਵਾਲੀ ਚੀਜ਼ ਹੈ, ਲੈਣ ਵਾਲੀ ਨਹੀਂ। ਜਿਹੜਾ ਕਿਸੇ ਨੂੰ ਦੇ ਨਹੀਂ ਸਕਦਾ ਅਤੇ ਦੂਜਿਆਂ ਤੋਂ ਸਤਿਕਾਰ ਭਾਲਦਾ ਹੈ, ਉਸ ਤੋਂ ਵੱਡਾ ਮੂਰਖ ਹੀ ਕੋਈ ਨਹੀਂ। ਮਹਾਰਾਜ ਸਾਹਿਬ ਜੀ ਕਹਿੰਦੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੇ ਤੋਂ ਬਿਨਾਂ ਬੰਦੇ ਦੀ ਰਸਨਾ 'ਚ ਮਿਠਾਸ ਨਹੀਂ ਆਉਂਦੀ। ਅਤੇ ਇਹ ਵੀ ਸੁਣਿਆ ਹੈ ਬਈ ਅਸੀਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਕੀਤੇ ਵੀ ਆਵਾਜ਼ ਮਰਦ ਹੋ ਕੇ ਵੀ ਬੀਬੀਆਂ ਵਰਗੀ ਪਤਲੀ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਮਿਠਾਸ ਹੀ ਇੰਨੀ ਹੋ ਜਾਂਦੀ, ਇੰਨਾ ਕੁ ਰਸ ਭਰ ਜਾਂਦਾ, ਇੰਨੀ ਕੁ ਉਹਨਾਂ ਦੀ ਅੰਦਰੋਂ ਆਵਾਜ਼ ਦੇ ਵਿੱਚ ਕੋਮਲਤਾ ਆ ਜਾਂਦੀ ਹੈ ਬਈ ਇੱਦਾਂ ਲੱਗਦਾ ਵੀ ਕੋਈ ਮਾਈ ਬੋਲਦੀ ਹੈ। ਕਿਉਂਕਿ ਮਾਈਆਂ ਦੀ ਆਵਾਜ਼ ਅਤੇ ਬੰਦੇ ਦੀ ਆਵਾਜ਼ ਵਿੱਚ ਫਰਕ ਹੈ। ਬੰਦੇ ਦੀ ਆਵਾਜ਼ ਵਿੱਚ ਖਰਵਾ ਪਾਉਣਾ ਹੈ, ਥੋੜ੍ਹਾ ਭਾਰਾ ਪਾਉਣਾ ਹੈ। ਇਸਤਰੀ ਦੀ ਆਵਾਜ਼ ਵਿੱਚ ਕੋਮਲਤਾ ਹੈ, ਮਿੱਠੀ ਸੁਰ ਹੈ। ਉਹਦੇ ਵਿੱਚ ਉਹ ਆ ਜਾਂਦੀ ਹੈ ਜਿਹੜਾ ਬੰਦਾ ਉਸ ਰੰਗ ਵਿੱਚ ਰੰਗਿਆ ਜਾਂਦਾ ਹੈ। ਖੈਰ ਇਹ ਗੱਲਾਂ ਬੜੀਆਂ ਡੂੰਘੀਆਂ ਨੇ, ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਗੁਰੂ ਦੀ ਸੇਵਾ ਨਹੀਂ ਕਰਦਾ ਓਨਾ ਚਿਰ ਬੰਦਾ ਫਿੱਕਾ ਹੀ ਬੋਲਦਾ ਹੈ। ਨਾਮ ਨਾ ਵਸੈ ਮਨ ਆਏ, ਉਹਦੇ ਮਨ ਵਿੱਚ ਨਾਮ ਨਹੀਂ ਵਸਦਾ। ਨਾਮ ਦੀ ਪ੍ਰਾਪਤੀ ਬੜੀ ਦੂਰ ਹੈ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਐ, ਮੋਹਿ ਕਾਲੈ ਉੱਠ ਜਾਹੇ। ਮਹਾਰਾਜ ਕਹਿੰਦੇ ਬਿਨਾਂ ਸਤਿਗੁਰੂ ਜੀ ਦੀ ਸੇਵਾ ਕੀਤਿਆਂ ਜਮਾਂ ਦੀ ਪੁਰੀ ਦੇ ਵਿੱਚ ਇਹ ਜੀਵ ਬੰਨੇ ਹੋਏ ਮਾਰ ਖਾਂਦੇ ਹਨ, ਜਮਾਂ ਦੇ ਡੰਡੇ ਖਾਂਦੇ ਹਨ। ਜਮ ਇਹਨਾਂ ਨੂੰ ਘੜੀਸ ਘੜੀਸ ਕੇ ਲਿਜਾਂਦੇ ਹਨ, ਨਰਕਾਂ ਵਿੱਚ ਗੋਤੇ ਖੁਆਉਂਦੇ ਹਨ। ਮੂੰਹ ਕਾਲਾ ਦਰਗਾਹ ਵਿੱਚ ਉੱਠ ਜਾਹੇ, ਭਾਵ ਉੱਥੇ ਇੱਥੋਂ ਦੁਨੀਆ ਤੋਂ ਪਾਪ ਕਰਮ ਕਰਕੇ ਜਦੋਂ ਜਾਂਦੇ ਹਨ ਤਾਂ ਦਰਗਾਹ ਵਿੱਚ ਮੂੰਹ ਕਾਲਾ ਹੁੰਦਾ ਹੈ। ਇਸ ਤਰ੍ਹਾਂ ਸਾਹਿਬ ਜੀ ਨੇ ਇਹ ਬਚਨ ਸਾਨੂੰ ਸਮਝਾਏ ਹਨ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ। ਅੱਗੇ ਗੁਰੂ ਸਾਹਿਬਾਂ ਦੇ ਪਾਵਨ ਬਚਨ ਸਰਵਣ ਕਰਾਂਗੇ। ਗੁਰੂ ਅਮਰਦਾਸ ਸਾਹਿਬ ਜੀ ਦੇ ਇੱਥੇ ਹੀ ਸਮਾਪਤੀ ਹੈ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ। ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸੇ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਠ ਕੁਮਾਰ ਤੂੰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ। ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਪਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਾ ਦਿਵਸ ਰਾਤ ਦੋਇ ਦਾਈ ਦਾਇਆ। ਖੇਲੇ ਸ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਕਰਮੀ ਆਪੋ ਆਪਣੀ। ਕੇ ਨੇੜੇ ਜਿਨੀ ਨਾਮ ਧਿਆਇਆ, ਗਏ ਮਸਕ ਨਾਨਕ ਤੇ ਮੁਖ ਉਜਲੇ। ਕੀਤੀ ਛੁਟੀ ਜਿਨੀ ਨਾਮ ਧਿਆਇਆ, ਗਏ ਨਾਨਕ ਤੇ ਮੁਖ ਉਜਲੇ। ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।